ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਿਖਤ ਨੰਬਰ 23 ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਗੁਰਵੇਲ ਸਿੰਘ ਦੀ ਲਿਖੀ ਹੈ। ਜਦ ਉਹਨਾਂ ਨੇ ਲਿਖਤ ਲਿਖੀ ਸੀ ਉਸ ਸਮੇਂ ਉਹ ਗੁਰੂ ਨਾਨਕ 5th ਸੈਂਟਨਰੀ ਸਕੂਲ ਮਸੂਰੀ ਵਿਖੇ ਬਤੌਰ ਅਧਿਆਤਮਕ ਬੱਚਿਆਂ ਨੂੰ ਸਿੱਖਿਆ ਦੇਣ ਲਈ ਧਾਰਮਿਕ ਅਧਿਆਪਕ ਵਜੋਂ ਨਿਯੁਕਤ ਸਨ। ਉਹਨਾਂ ਦੀ ਇਸ ਲਿਖਤ ਦਾ ਸਿਰਲੇਖ ਹੈ ਮਸਕੀਨ ਜੀ ਦਾ ਮੇਰੇ ਉੱਤੇ ਉਪਕਾਰ। ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਨੇ ਆਪਣੇ ਦਰਵੇਸ਼ੀ ਸੁਭਾਅ ਅਤੇ ਰੱਬੀ ਗਿਆਨ ਰਾਹੀਂ ਅਣਗਿਣਤ ਭੁੱਲੇ ਭਟਕੇ ਲੋਕਾਂ ਨੂੰ ਗੁਰਮਤਿ ਦੇ ਗਾਡੀ ਰਾਹ ਪਾਇਆ। ਲੋਕਾਈ ਨੂੰ ਸੰਸਾਰਕ ਤੇ ਅਧਿਆਤਮਿਕ ਜੀਵਨ ਵਿੱਚ ਸਫਲ ਬਣਾਉਣਾ ਹੀ ਉਹਨਾਂ ਦੇ ਪਰਉਪਕਾਰੀ ਜੀਵਨ ਦਾ ਮਨੋਰਥ ਸੀ। ਜਿਹੜੇ ਪਰਉਪਕਾਰ ਉਸ ਰੱਬੀ ਰੂਹ ਨੇ ਮੇਰੇ ਉੱਪਰ ਕੀਤੇ ਉਹ ਮੈਂ ਸਾਰਿਆਂ ਨਾਲ ਸਾਂਝੇ ਕਰਨ ਵਿੱਚ ਫਖਰ ਅਤੇ ਖੁਸ਼ੀ ਮਹਿਸੂਸ ਕਰ ਰਿਹਾ। ਜੂਨ 1984 ਵਿੱਚ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਵਾਪਰੇ ਘੱਲੂਘਾਰੇ ਨੇ ਸਿੱਖਾਂ ਦੀ ਅਣਖ ਨੂੰ ਹਿਲਾਉਣਿਆ ਤੇ 2 ਸਿੱਖਾਂ ਨੇ ਭਾਰਤ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ। 2 ਸਿੱਖਾਂ ਦੇ ਇਸ ਬਦਲੇ ਦਾ ਬਦਲਾ ਪੂਰੀ ਸਿੱਖ ਕੌਮ ਦੇ ਕਤਲੇਆਮ, ਲੁੱਟ-ਮਾਰ ਅਤੇ ਹੋਰ ਵਹਿਸ਼ੀ ਜ਼ੁਲਮ ਤੇ ਅਨਰਥ ਕਰਕੇ ਲਿਆ ਗਿਆ। 18ਵੀਂ ਸਦੀ ਵਿੱਚ ਮੁਗਲਾਂ ਵੱਲੋਂ ਸਿੱਖਾਂ ਤੇ ਕੀਤੇ ਅਤਿਆਚਾਰ ਦੀਆਂ ਗਾਥਾਵਾਂ ਜੋ ਇਤਿਹਾਸ ਵਿੱਚੋਂ ਪੜ੍ਹਦੇ ਸਾਂ ਹੁਣ ਫਿਰ ਸਾਕਾਰ ਰੂਪ ਧਾਰਨ ਕਰਕੇ ਸਾਹਮਣੇ ਆ ਗਈਆਂ। ਇਹਨਾਂ ਸਮਿਆਂ ਵਿੱਚ ਭਾਰਤ ਦੀ ਸਰਕਾਰ ਨੂੰ ਹਰ ਸਿੱਖ ਨੌਜਵਾਨ ਅੱਤਵਾਦੀ ਜਾਪਦਾ ਸੀ। ਕਾਲਜ ਜਾਂਦੇ ਮੁੰਡਿਆਂ ਨੂੰ ਬਿਨਾਂ ਕਿਸੇ ਕਾਰਨ ਤੋਂ ਚੁੱਕ ਲੈਣਾ, ਉਹਨਾਂ ਨੂੰ ਮਾਲ ਮੰਡੀ ਅੰਮ੍ਰਿਤਸਰ ਦੇ ਬੁੱਚੜਖਾਨੇ ਟਾਰਚਰ ਸੈੱਲ ਵਿੱਚ ਲਿਜਾ ਕੇ ਅਣਮਨੁੱਖੀ ਤਸੀਹੇ ਦੇਣੇ, ਫਿਰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰ ਦੇਣਾ ਜਾਂ ਪਰਿਵਾਰ ਵਾਲਿਆਂ ਪਾਸੋਂ ਲੱਖਾਂ ਰੁਪਏ ਰਿਸ਼ਵਤ ਲੈ ਕੇ ਝੂਠਾ ਕੇਸ ਬਣਾ ਕੇ ਜੇਲ੍ਹ ਭੇਜ ਦੇਣਾ ਉਸ ਵੇਲੇ ਪੰਜਾਬ ਪੁਲਿਸ ਦਾ ਦਸਤੂਰ ਸੀ। ਐਸਾ ਸਭ ਕੁਝ ਮੇਰੇ ਨਾਲ ਵੀ ਵਾਪਰਿਆ। ਮੇਰੀ ਕੁੱਟਮਾਰ ਤੋਂ ਬਾਅਦ ਮੇਰੇ ਪਿਤਾ ਜੀ ਨੇ ਜ਼ਮੀਨ ਗਹਿਣੇ ਪਾ ਕੇ ਪੁਲਿਸ ਨੂੰ 1 ਲੱਖ ਰੁਪਇਆ ਦਿੱਤਾ ਕਿ ਸਾਡੇ ਮੁੰਡੇ ਨੂੰ ਜਾਨੋਂ ਨਾ ਮਾਰੋ, ਕੇਸ ਪਾ ਕੇ ਜੇਲ੍ਹ ਭੇਜ ਦੇਵੋ। ਇਸ ਤਰ੍ਹਾਂ ਮੈਂ ਵੀ 6-7 ਮਹੀਨੇ ਲਈ ਜੇਲ੍ਹ ਪਹੁੰਚ ਗਿਆ, ਜਿੱਥੇ ਮੇਰੇ ਮਨ ਵਿੱਚ ਹਰ ਵੇਲੇ ਇੱਕੋ ਹੀ ਪਛਤਾਵਾ ਰਹਿੰਦਾ ਸੀ ਕਿ ਬਿਨਾਂ ਕਿਸੇ ਕਸੂਰ ਦੇ ਇਤਨੀ ਜ਼ਿਆਦਾ ਮਾਰ ਖਾਧੀ ਹੈ, ਹੁਣ ਇਸ ਦਾ ਬਦਲਾ ਖਾੜਕੂ ਬਣ ਕੇ ਲੈਣਾ ਹੈ। ਜੇਲ੍ਹ ਅੰਦਰ ਰਹਿੰਦਿਆਂ ਮੈਨੂੰ ਕਈ ਸਿੰਘ ਮਿਲੇ ਜੋ ਵਾਕਿਆ ਹੀ ਖਾੜਕੂ ਸਨ ਤੇ ਬਾਅਦ ਵਿੱਚ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤੇ ਗਏ। ਜੇਲ੍ਹ ਤੋਂ ਰਿਹਾ ਹੋ ਕੇ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਗਿਆ। ਦਰਬਾਰ ਸਾਹਿਬ ਪਹੁੰਚ ਕੇ ਮੈਨੂੰ ਪਤਾ ਚੱਲਿਆ ਕਿ ਮੰਜੀ ਸਾਹਿਬ ਅੰਮ੍ਰਿਤਸਰ ਵਿਖੇ ਕਥਾ ਚੱਲ ਰਹੀ ਹੈ। ਮੈਂ ਕਥਾ ਸੁਣਨ ਲਈ ਮੰਜੀ ਸਾਹਿਬ ਵੱਲ ਚੱਲ ਪਿਆ। ਉੱਥੇ ਜਾ ਕੇ ਦੇਖਿਆ ਕਿ ਇੱਕ ਬੜੇ ਹੀ ਪ੍ਰਭਾਵਸ਼ਾਲੀ ਗੁਰਮੁਖ ਕਥਾਕਾਰੇ ਸਨ। ਮੈਂ ਜੀਵਨ ਵਿੱਚ ਪਹਿਲੀ ਵਾਰ ਹੀ ਕਥਾ ਸੁਣੀ ਸੀ। ਇਸ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਸੀ ਕਿ ਕਥਾ ਕਿਸ ਨੂੰ ਕਹਿੰਦੇ ਹਨ ਤੇ ਮਸਕੀਨ ਜੀ ਕੌਣ ਹਨ। ਕਥਾ ਸੁਣਦਿਆਂ ਮੇਰੇ ਮਨ ਅੰਦਰ ਇਹ ਵਿਚਾਰ ਆਇਆ ਕਿ ਖਾੜਕੂ ਬਣ ਕੇ 2-4 ਨੂੰ ਮਾਰ ਕੇ ਖੁਦ ਮਰ ਜਾਣਾ ਕੋਈ ਕੌਮ ਦੀ ਸੇਵਾ ਨਹੀਂ। ਕੌਮ ਦੀ ਸਭ ਤੋਂ ਮਹਾਨ ਸੇਵਾ ਤਾਂ ਇਹ ਗਿਆਨੀ ਜੀ ਕਰ ਰਹੇ ਹਨ। ਮੈਨੂੰ ਅੱਜ ਮਹਿਸੂਸ ਹੁੰਦਾ ਹੈ ਕਿ ਇਹ ਵਿਚਾਰ ਮੇਰੇ ਮਨ ਅੰਦਰ ਜਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭੇਜਿਆ ਹੋਵੇਗਾ ਜਾਂ ਉਹਨਾਂ ਦੇ ਮਹਾਨ ਕਥਾਕਾਰ ਭਾਈ ਗੁਰਦਾਸ ਜੀ ਨੇ, ਕਿਉਂਕਿ ਉਸ ਸਮੇਂ ਕਥਾ ਕਰਦਿਆਂ ਮਸਕੀਨ ਜੀ ਧੰਨ ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਦੇ ਕੁਝ ਬਚਨ ਵਾਰ-ਵਾਰ ਸੁਣਾ ਰਹੇ ਸਨ। ਇਹ ਵਿਚਾਰ ਮੇਰੇ ਮਨ ਤੇ ਇੰਨਾ ਜ਼ਿਆਦਾ ਭਾਰੂ ਹੋ ਗਿਆ ਕਿ ਮੈਂ ਖਾੜਕੂਆਂ ਨੂੰ ਮਿਲਣ ਤੇ ਖਾੜਕੂ ਬਣਨ ਦਾ ਖਿਆਲ ਬਿਲਕੁਲ ਛੱਡ ਦਿੱਤਾ ਅਤੇ ਮਸਕੀਨ ਜੀ ਨੂੰ ਮਿਲਣ ਦਾ ਖਿਆਲ ਬਣਾ ਲਿਆ। ਉਸ ਦਿਨ ਸੈਂਕੜੇ ਸਿੱਖ ਸੰਗਤਾਂ ਦੀ ਭੀੜ ਕਾਰਨ ਮੈਂ ਗਿਆਨੀ ਜੀ ਨੂੰ ਮਿਲ ਨਾ ਸਕਿਆ ਤੇ ਅਗਲੇ ਦਿਨ ਫਿਰ ਕਥਾ ਸ਼ੁਰੂ ਹੋਣ ਤੋਂ ਥੋੜ੍ਹਾ ਜਿਹਾ ਸਮਾਂ ਪਹਿਲਾਂ ਹੀ ਮੈਂ ਗੁਰਦੁਆਰਾ ਮੰਜੀ ਸਾਹਿਬ ਪਹੁੰਚ ਗਿਆ। ਨੇੜੇ ਜਾ ਕੇ ਮੈਂ ਗਿਆਨੀ ਜੀ ਨਾਲ ਗੁਰਫਤਿਹ ਦੀ ਸਾਂਝ ਬਣਾਈ ਅਤੇ ਉਹਨਾਂ ਦੇ ਨੇੜੇ ਹੋ ਕੇ ਬੈਠ ਗਿਆ।
ਉਹਨਾਂ ਦੀ ਦਿਲਕਸ਼ ਆਵਾਜ਼ ਤੇ ਸਾਦਗੀ ਵਾਲੇ ਪਹਿਰਾਵੇ ਨੇ ਮੈਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਹੁਣ ਮਨ ਵਿੱਚ ਇੱਕੋ ਖਿਆਲ ਸੀ ਕਿ ਇਹਨਾਂ ਤੋਂ ਕਥਾ ਸਿੱਖ ਕੇ ਕਥਾਵਾਚਕ ਬਣਨਾ ਹੈ। ਉਸ ਦਿਨ ਮੈਂ ਕਥਾ ਦੌਰਾਨ ਹਜ਼ਾਰਾਂ ਸੰਗਤਾਂ ਨੂੰ ਆਨੰਦ ਵਿਭੋਰ ਹੁੰਦੇ ਵੇਖਿਆ ਅਤੇ ਬਾਅਦ ਵਿੱਚ ਉਹਨਾਂ ਨੂੰ ਫਤਿਹ ਬੁਲਾਉਣ ਵਾਲੇ ਪ੍ਰੇਮੀਆਂ ਦੀ ਸ਼ਰਧਾ ਦੇਖੀ। ਉਹ ਦ੍ਰਿਸ਼ ਅੱਜ ਵੀ ਮੇਰੀਆਂ ਅੱਖਾਂ ਅੱਗੇ ਤਰੋ ਤਾਜ਼ਾ ਹੈ। ਸੰਗਤਾਂ ਦੇ ਉਸ ਵਿਸ਼ਾਲ ਇਕੱਠ ਵਿੱਚ ਗਿਆਨੀ ਜੀ ਦੇ ਨਾਲ ਜੁੜ ਕੇ ਬੈਠੇ ਰਹਿਣਾ ਮੁਸ਼ਕਲ ਸੀ, ਪਰ ਅੱਜ ਮੇਰਾ ਵੀ ਨਿਸ਼ਚਾ ਸੀ ਕਿ ਇਹਨਾਂ ਦਾ ਹੁਣ ਪਿੱਛਾ ਨਹੀਂ ਛੱਡਣਾ। ਅੱਜ ਮਿਲਣਾ ਜ਼ਰੂਰ ਹੈ ਤੇ ਮਿਲ ਕੇ ਕਥਾ ਸਿੱਖਣ ਦੀ ਇੱਛਾ ਜ਼ਾਹਰ ਕਰਨੀ ਹੀ ਹੈ। ਗਿਆਨੀ ਜੀ ਗੁਰੂ ਨਾਨਕ ਨਿਵਾਸ ਵੱਲ ਜਾ ਰਹੇ ਸਨ ਤੇ ਮੈਂ ਵੀ ਉਹਨਾਂ ਦੇ ਮਗਰ ਮਗਰ ਹੋ ਤੁਰਿਆ। ਕਮਰੇ ਤੱਕ ਪਹੁੰਚੇ। ਬਾਕੀ ਸੰਗਤਾਂ ਲੰਗਰ ਛਕਣ ਚਲੇ ਗਈਆਂ ਸਨ। ਹੁਣ ਅਸੀਂ ਕਮਰੇ ਵਿੱਚ 5-6 ਸੱਜਣ ਹੀ ਸਾਂ ਤੇ ਮੈਂ ਸਭ ਤੋਂ ਪਿੱਛੇ ਚੁੱਪਚਾਪ ਬੈਠ ਗਿਆ। ਕੁਝ ਸਮੇਂ ਬਾਅਦ ਗਿਆਨੀ ਜੀ ਨੇ ਮੈਨੂੰ ਆਪ ਹੀ ਪੁੱਛਿਆ, ਗੁਰਮੁਖੋ, ਕਿੱਥੋਂ ਆਏ ਹੋ ਤੇ ਕੀ ਕੰਮ ਹੈ? ਮੈਂ ਆਪਣੀ ਇੱਕ ਦਰਦ ਭਰੀ ਚਿੱਠੀ ਉਹਨਾਂ ਨੂੰ ਫੜਾ ਦਿੱਤੀ ਅਤੇ ਬੇਨਤੀ ਕੀਤੀ ਕਿ ਮੇਰਾ ਤੁਹਾਡੇ ਕੋਲੋਂ ਕਥਾ ਸਿੱਖਣ ਦਾ ਵਿਚਾਰ ਹੈ। ਉਹਨਾਂ ਨੇ ਉਸ ਚਿੱਠੀ ਉੱਪਰ ਝਾਤ ਪਾਈ ਤੇ ਕੁਝ ਸਮਾਂ ਖਾਮੋਸ਼ ਰਹੇ। ਇੰਜ ਜਾਪਦਾ ਸੀ ਜਿਵੇਂ ਮੇਰੇ ਉਸ ਜੀਵਨ ਦਾਤੇ ਨੇ ਇਹ ਸੋਚ ਲਿਆ ਹੋਵੇਗਾ ਕਿ ਜੇਕਰ ਮੈਂ ਹੁਣ ਇਸ ਦੀ ਬਾਂਹ ਨਾ ਫੜੀ ਤਾਂ ਇਹ ਮੁੜ ਹਾਲਾਤ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗਵਾ ਲਏਗਾ। ਉਹਨਾਂ ਮੈਨੂੰ ਮੇਰੀ ਜਾਨ ਬਚਾਉਣ ਲਈ ਹੀ ਕਹਿ ਦਿੱਤਾ ਕਿ ਰੱਬ ਭਲੀ ਕਰੇਗਾ, ਸਾਡੇ ਨਾਲ ਚੱਲ ਪੈ। ਬਸ ਫਿਰ ਕੀ ਸੀ, ਮੇਰੇ ਲਈ ਇੱਕ ਦਿਨ ਪਹਿਲਾਂ ਜਿਹੜੇ ਮਸਕੀਨ ਜੀ ਓਪਰੇ ਸਨ, ਪਲ ਭਰ ਵਿੱਚ ਹੀ ਉਹ ਮੇਰੇ ਹੋ ਗਏ। ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਉਹਨਾਂ ਦੇ ਮਨ ਵਿੱਚ ਕਿਸੇ ਲਈ ਵੀ ਪਰਾਇਆਪਨ ਨਹੀਂ ਹੈ। ਮਸਕੀਨ ਜੀ ਦੇ ਦਰਸ਼ਨ ਹੋਣੇ ਤੇ ਉਹਨਾਂ ਵੱਲੋਂ ਬਿਨਾਂ ਕਿਸੇ ਸੰਕੋਚ ਦੇ ਮੇਰੇ ਵਰਗੇ ਮੂੜ ਤੇ ਅਣਜਾਣ ਬੰਦੇ ਨੂੰ ਬਿਨਾਂ ਕਿਸੇ ਗਰੰਟੀ ਲਏ ਆਪਣੇ ਨਾਲ ਕਥਾ ਸਿਖਾਉਣ ਲਈ ਤੋਰ ਲੈਣਾ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਸ਼ਬਦ ਦੀ ਪ੍ਰਤੱਖ ਕਰਾਮਾਤ ਹੀ ਸੀ। ਪ੍ਰਭ ਮਿਲਬੇ ਕਉ ਪ੍ਰੀਤ ਮਨ ਲਾਗੀ, ਪਾਏ ਲੱਗੋਂ ਮੋਹਿ ਕਰੋ ਬੇਨਤੀ, ਕਉ ਸੰਤ ਮਿਲੈ ਬਡ ਭਾਗੀ। ਰਹਾਉ। ਮਨ ਅਰਪੋਂ ਧਨ ਰਾਖੋਂ ਆਗੈ, ਮਨ ਕੀ ਮਤ ਮੋਹਿ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੈ, ਅਨਦਿਨ ਫਿਰੋਂ ਤਿਸ ਪਿਛੈ ਵੈਰਾਗੀ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਗੌੜੀ ਮਹੱਲਾ ਪੰਜਵਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 204। ਗਿਆਨੀ ਜੀ ਦੇ ਨਾਲ ਰਹਿੰਦਿਆਂ ਫਿਰ ਇਹ ਵੀ ਪਤਾ ਲੱਗਿਆ ਕਿ ਸਰਕਾਰ ਤੇ ਪੰਜਾਬ ਪੁਲਿਸ ਸਿੱਖ ਨੌਜਵਾਨਾਂ ਨੂੰ ਹੀ ਨਹੀਂ ਸਗੋਂ ਗਿਆਨੀ ਜੀ ਨੂੰ ਵੀ ਅੱਤਵਾਦੀ ਸਮਝਦੀ ਹੈ ਅਤੇ ਉਹਨਾਂ ਤੇ ਵੀ ਕਈ ਕੇਸ ਦਰਜ ਕਰਕੇ ਰੱਖੇ ਹਨ। ਜਿਵੇਂ ਇੱਕ ਬੱਚਾ ਸਰੀਰ ਤੇ ਸੁਭਾਅ ਮਾਂ ਤੋਂ ਲੈਂਦਾ ਹੈ ਤੇ ਇਸ ਕਰਕੇ ਬੱਚੇ ਅਤੇ ਉਸ ਦੀ ਮਾਂ ਦੇ ਚਿਹਰੇ ਤੇ ਸੁਭਾਅ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਰਹਿੰਦੀਆਂ ਹਨ। ਇਹ ਸੱਚਾਈ ਮੇਰੇ ਅਤੇ ਮਸਕੀਨ ਜੀ ਵਿੱਚ ਬਹੁਤ ਹੱਦ ਤੱਕ ਲਾਗੂ ਹੁੰਦੀ ਹੈ। ਉਹਨਾਂ ਦੀ ਹਰ ਗੱਲ, ਹਰ ਅਦਾ ਤੇ ਹਰ ਵਿਚਾਰ ਸੁੱਤੇ ਸਿੱਧ ਮੇਰੇ ਅੰਦਰੋਂ ਬਾਹਰ ਆਉਣ ਲੱਗਦੇ ਹਨ, ਜਿਵੇਂ ਉਹਨਾਂ ਦੀ ਵਿਚਾਰ ਸ਼ੈਲੀ ਮੇਰੇ ਰੋਮ ਰੋਮ ਵਿੱਚ ਵਸ ਗਈ ਹੋਵੇ। ਮੈਂ ਵੀ ਅਜੋਕੇ ਪ੍ਰਬੰਧਕੀ ਨਿਜ਼ਾਮ ਤੋਂ ਅਸੰਤੁਸ਼ਟ ਹਾਂ। ਗਿਆਨੀ ਜੀ ਵੀ ਇਸ ਤੋਂ ਬਹੁਤ ਚਿੰਤਤ ਸਨ ਤੇ ਉਹਨਾਂ ਨੇ ਇਸ ਸੰਬੰਧੀ ਬਹੁਤ ਕੁਝ ਬੋਲਿਆ ਤੇ ਲਿਖਿਆ ਵੀ ਹੈ। ਉਹਨਾਂ ਦੀ ਇਸ ਸੰਬੰਧ ਵਿੱਚ ਇੱਕ ਬਹੁਤ ਕਮਾਲ ਦੀ ਪੁਸਤਕ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ ਇਸ ਵਿਸ਼ੇ ਤੇ ਭਰਪੂਰ ਰੋਸ਼ਨੀ ਪਾਉਂਦੀ ਹੈ। ਇਸ ਢਾਂਚੇ ਵਿਚਲੀਆਂ ਕਮੀਆਂ ਕਾਰਨ ਹੀ ਅਸੀਂ ਆਪਣੇ ਬੱਚਿਆਂ ਨੂੰ ਡਾਕਟਰ, ਵਕੀਲ ਅਤੇ ਇੰਜੀਨੀਅਰ ਤਾਂ ਬਣਾਉਣਾ ਚਾਹੁੰਦੇ ਹਾਂ, ਪਰ ਰਾਗੀ, ਗ੍ਰੰਥੀ ਜਾਂ ਪ੍ਰਚਾਰਕ ਨਹੀਂ। ਮਸਕੀਨ ਜੀ ਨਾਲ ਮਿਲਾਪ ਹੋਣ ਤੋਂ ਬਾਅਦ ਮੈਨੂੰ ਧਰਮ ਦੀ ਕੁਝ ਸੂਝ ਸਮਝ ਪ੍ਰਾਪਤ ਹੋਣ ਲੱਗ ਪਈ। ਇਸ ਸਮੇਂ ਦੌਰਾਨ ਮੈਂ ਆਪਣੀ ਵਿੱਦਿਆ ਨੂੰ ਵੀ ਨਾਲ-ਨਾਲ ਜਾਰੀ ਰੱਖਿਆ ਤੇ BA ਦਾ ਦੂਸਰਾ ਸਾਲ ਵੀ ਪੂਰਾ ਕਰ ਗਿਆ।
मैं BA फाइनल करन दा भी मन पक्का बना लिया सी ਅਤੇ कथा ਦੇ गुर भी आसानी नाल पकड़ विच आउण लग पए सन। पर विद्या ਦੇ ਹੰਕਾਰ ਨਾਲ ਭਰਿਆ ਮਨ ਇਹ ਕਹਿੰਦਾ ਸੀ ਕਿ ਜੇ ਜੀਵਨ ਨਿਰਵਾਹ ਵਾਸਤੇ ਕੋਈ ਹੋਰ ਨੌਕਰੀ ਕਰ ਲਵੇਂ, ਧਰਮ ਪ੍ਰਚਾਰ ਲਈ ਕੀ ਗੁਰਦੁਆਰੇ ਨੌਕਰੀ ਕਰੇਗਾ? ਕੀ ਗੁਰਦੁਆਰਿਆਂ ਦੀ ਨੌਕਰੀ ਤੋਂ ਬਿਨਾਂ ਧਰਮ ਪ੍ਰਚਾਰ ਨਹੀਂ ਹੋ ਸਕਦਾ? ਇੰਜ ਬਾਕੀ ਪੜ੍ਹੇ ਲਿਖੇ ਨੌਜਵਾਨਾਂ ਵਾਂਗ ਮੇਰਾ ਮਨ ਵੀ ਗੁਰਦੁਆਰਿਆਂ ਦੀ ਨੌਕਰੀ ਤੋਂ ਇਨਕਾਰੀ ਹੁੰਦਾ ਰਿਹਾ ਤੇ ਪ੍ਰਬੰਧਕਾਂ ਦਾ ਦਬੇਲ ਬਣਨ ਤੋਂ ਮਨ ਕੰਨੀ ਕਤਰਾਉਂਦਾ ਰਿਹਾ, ਪਰ ਨਾਲ ਹੀ ਧਰਮ ਪ੍ਰਚਾਰ ਦੀ ਚਾਹਤ ਵੀ ਖਿੱਚ ਪਾਉਂਦੀ ਰਹੀ। ਆਪਣੇ ਮਨ ਦੀ ਇਹ ਕਸ਼ਮਕਸ਼ ਮੈਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਕਮਰੇ ਅੰਦਰ ਬੈਠਿਆਂ ਦਿੱਲੀ ਵਿੱਚ ਮਸਕੀਨ ਜੀ ਨਾਲ ਸਾਂਝੀ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਧਰਮ ਪ੍ਰਚਾਰ ਦੇ ਹੋਰ ਵੀ ਬਹੁਤ ਸਾਰੇ ਸਾਧਨ ਹਨ। ਤੈਨੂੰ ਕਿਸੇ ਧਾਰਮਿਕ ਵਿਦਿਆਲੇ ਵਿੱਚ ਧਾਰਮਿਕ ਅਧਿਆਪਕ ਵਜੋਂ ਭੇਜ ਦੇਵਾਂਗੇ ਜੇਕਰ ਕਿਸੇ ਥਾਂ ਤੋਂ ਮੰਗ ਆਈ। ਬਹੁਤ ਸਾਰੇ ਲੋਕਾਂ ਨੂੰ ਗਿਲਾ ਹੈ ਕਿ ਸਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਨਹੀਂ ਹੁੰਦੀਆਂ, ਪਰੰਤੂ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਮੇਰੇ ਨਾਲ ਐਸਾ ਕਦੀ ਨਹੀਂ ਹੋਇਆ। ਮੈਂ ਜੋ ਵੀ ਮਨ ਵਿੱਚ ਸੋਚਦਾ ਹਾਂ ਉਹ ਪੂਰਾ ਕਰਨ ਲਈ ਮੇਰੇ ਸਤਿਗੁਰੂ ਜੀ ਕੋਈ ਨਾ ਕੋਈ ਵਸੀਲਾ ਜ਼ਰੂਰ ਬਣਾ ਦਿੰਦੇ ਹਨ। ਨਵੰਬਰ 1997 ਈਸਵੀ ਨੂੰ ਗੁਰਦੁਆਰਾ ਸਿੰਘ ਸਭਾ ਖਿਚੜੀਪੁਰ ਦਿੱਲੀ ਦੇ ਪ੍ਰਬੰਧਕ ਜਨ ਗਿਆਨੀ ਜੀ ਕੋਲ ਸੀਸਗੰਜ ਸਾਹਿਬ ਆਏ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਖੁਦ ਆਉਣ ਜਾਂ ਕਿਸੇ ਕਥਾਵਾਚਕ ਨੂੰ ਭੇਜਣ ਦੀ ਬੇਨਤੀ ਕੀਤੀ। ਗਿਆਨੀ ਜੀ ਨੇ ਮੈਨੂੰ ਉੱਥੇ ਜਾ ਕੇ ਕਥਾ ਕਰਨ ਲਈ ਹੁਕਮ ਦੇ ਦਿੱਤਾ। ਨਿਯਤ ਸਮੇਂ ਤੋਂ 2 ਘੰਟੇ ਪਹਿਲਾਂ ਹੀ ਮੈਂ ਉੱਥੇ ਪਹੁੰਚ ਗਿਆ। ਉੱਥੇ ਸੰਗਤ ਵਿੱਚ ਸਰਦਾਰ ਮਹਿਤਾਬ ਸਿੰਘ ਜੀ ਦੇ ਬੇਟੇ ਸਰਦਾਰ ਜਸਪਾਲ ਸਿੰਘ ਜੀ ਵੀ ਆਏ ਹੋਏ ਸਨ, ਜੋ ਕਿ ਗੁਰੂ ਨਾਨਕ 5th ਸੈਂਟਨਰੀ ਸਕੂਲ ਮਸੂਰੀ ਦੇ ਚੇਅਰਮੈਨ ਹਨ। ਪਹਿਲਾਂ ਉਹਨਾਂ ਨੇ ਲੈਕਚਰ ਦਿੱਤਾ, ਫਿਰ ਮੈਂ ਕਥਾ ਕੀਤੀ। ਜਾਣ ਪਛਾਣ ਤੋਂ ਬਾਅਦ ਉਹਨਾਂ ਨੇ ਮੈਨੂੰ ਪੁੱਛਿਆ ਕਿ ਸਾਨੂੰ ਗੁਰੂ ਨਾਨਕ ਸਕੂਲ ਮਸੂਰੀ ਲਈ ਡਿਵਿਨਿਟੀ ਟੀਚਰ ਦੀ ਲੋੜ ਹੈ, ਤੁਸੀਂ ਇਹ ਸੇਵਾ ਨਿਭਾਓਗੇ? ਮੈਂ ਉਹਨਾਂ ਨੂੰ ਹਾਂ ਕਰ ਦਿੱਤੀ ਤੇ ਵਾਪਸ ਆ ਕੇ ਮੈਂ ਗਿਆਨੀ ਜੀ ਨੂੰ ਇਸ ਸੰਬੰਧੀ ਦੱਸਿਆ। ਇਹ ਸੁਣ ਕੇ ਗਿਆਨੀ ਜੀ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ, ਮੈਂ ਜਸਪਾਲ ਸਿੰਘ ਨੂੰ ਜਾਣਦਾ ਹਾਂ, ਬਹੁਤ ਸੁਲਝੇ ਹੋਏ ਅਤੇ ਨੇਕ ਇਨਸਾਨ ਹਨ। ਤੈਨੂੰ ਉਹਨਾਂ ਕੋਲੋਂ ਉੱਥੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਦੂਜਾ, ਜੇ ਸਹੀ ਅਰਥਾਂ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈ ਤਾਂ ਮਸੂਰੀ ਦੇ ਉਸ ਸਕੂਲ ਤੋਂ ਵਧੀਆ ਢੁਕਵੀਂ ਹੋਰ ਕੋਈ ਥਾਂ ਨਹੀਂ, ਕਿਉਂਕਿ ਉੱਥੇ ਵੱਖ-ਵੱਖ ਦੇਸ਼ਾਂ ਦੇ ਧਰਮਾਂ ਦੇ ਬੱਚੇ ਆ ਕੇ ਵੀ ਉੱਥੇ ਪੜ੍ਹਦੇ ਹਨ। ਇਸ ਲਈ ਉੱਥੇ ਰਹਿ ਕੇ ਤੂੰ ਜੋ ਧਰਮ ਦੀ ਸਿੱਖਿਆ ਦੇਵੇਂਗਾ ਉਹ ਧਰਮ ਦੀ ਬਹੁਤ ਵੱਡੀ ਸੇਵਾ ਹੋਵੇਗੀ। ਇਸ ਤਰ੍ਹਾਂ ਗਿਆਨੀ ਜੀ ਨੇ ਬੱਚਿਆਂ ਨੂੰ ਧਾਰਮਿਕ ਵਿੱਦਿਆ ਦੇਣ ਦੀ ਮੇਰੀ ਮਨ ਭਾਉਂਦੀ ਸੇਵਾ ਲਗਵਾ ਦਿੱਤੀ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੁਆਰਾ ਇਹ ਸੇਵਾ ਦਾਸ ਹੁਣ ਤੱਕ ਨਿਭਾ ਰਿਹਾ ਹੈ। ਆਮ ਕਥਾਵਾਚਕਾਂ ਨੂੰ ਪਿਆਰਨਾ, ਸਤਿਕਾਰਨਾ ਤੇ ਵਿਚਾਰਨਾ ਸਿਰਫ ਬਜ਼ੁਰਗ ਹੋ ਚੁੱਕਿਆਂ ਦੇ ਹਿੱਸੇ ਆਇਆ ਦੇਖਿਆ ਜਾਂਦਾ ਹੈ, ਪਰੰਤੂ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਦਾ ਪ੍ਰਭਾਵ ਹਰੇਕ ਮਨੁੱਖੀ ਮਨ ਉੱਪਰ ਪਿਆ ਹੈ। ਸਾਡੇ ਸਕੂਲ ਵਿੱਚ ਸੈਂਕੜੇ ਹਿੰਦੂ, ਸਿੱਖ, ਮੁਸਲਮਾਨ ਵਿਦਿਆਰਥੀ ਗਿਆਨੀ ਜੀ ਦੀ ਕਥਾ ਦੇ ਦੀਵਾਨੇ ਹਨ। ਇੱਥੋਂ ਦੀਆਂ ਬੱਚੀਆਂ ਤੇ ਬੱਚੇ ਅਨਮੋਲ ਵੜੈਚ, ਜਦਸ ਵਤਸ, ਅਨੁਭਵ ਜੈਸਵਾਲ, ਕੈਵਨ ਨੇ ਗਿਆਨੀ ਜੀ ਤੋਂ ਐਸੀ ਪ੍ਰੇਰਨਾ ਲਈ ਕਿ ਉਹ ਗੁਰੂ ਘਰ ਦੀ ਸੇਵਾ, ਗੁਰਬਾਣੀ ਵਿਚਾਰ ਅਤੇ ਆਚਾਰ ਵਿਹਾਰ ਵਿੱਚ ਵੱਡਿਆਂ ਨੂੰ ਵੀ ਪਿੱਛੇ ਛੱਡ ਗਏ ਹਨ। ਸਕੂਲ ਵਿੱਚ ਪੜ੍ਹਦੇ ਥਾਈ ਮੂਲ ਦੇ 2 ਬੱਚਿਆਂ ਵਤਚਾ ਕੌਰ ਤੇ ਵਨਵਿਸਾ ਨੇ ਸ੍ਰੀ ਗੁਰੂ ਸਿੰਘ ਸਭਾ ਬੈਂਕਾਕ ਵਿੱਚ ਥਾਈਲੈਂਡ 'ਚ ਗਿਆਨੀ ਜੀ ਦੇ ਦਰਸ਼ਨ ਕੀਤੇ ਤੇ ਗੁਰਬਾਣੀ ਨਾਲ ਅਜਿਹੇ ਜੁੜੇ ਕਿ ਅੱਜ ਉਹ ਬੱਚੇ ਗੁਰਬਾਣੀ ਪੜ੍ਹਨ ਵਿੱਚ ਵੱਡੇ ਬੱਚਿਆਂ ਨੂੰ ਵੀ ਪਿੱਛੇ ਛੱਡ ਗਏ ਹਨ। ਤਨ ਕਰਕੇ ਤਾਂ ਭਾਵੇਂ ਗਿਆਨੀ ਜੀ ਅੱਜ ਸਾਡੇ ਵਿੱਚ ਨਹੀਂ ਹਨ, ਪਰ ਆਤਮਿਕ ਤੌਰ ਤੇ ਉਹ ਸਿਰਫ ਮੇਰੇ ਹੀ ਨਹੀਂ ਸਗੋਂ ਮੇਰੇ ਵਰਗੇ ਹੋਰ ਸੈਂਕੜੇ ਆਪਣੇ ਵਿਦਿਆਰਥੀਆਂ ਅਤੇ ਗੁਰੂ ਪਿਆਰੇ ਸਿੱਖਾਂ ਦੇ ਹਿਰਦਿਆਂ ਵਿੱਚ
ਸਦੀਵ ਕਾਲ ਲਈ ਸਮਾਏ ਹੋਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।